Hello everyone, and welcome to yet another series of the new normal with myself. पहला था start करने तो पहले I'll be highlighting one thing कि today's session is going to be in Punjabi and in English both. So today's session is going to be very different from our past sessions. Our past sessions were more of into serious conversations, industry experts related. Today also we are talking to somebody who is an industry expert to see Unanu Jandeo. He's a social media sensation, and I'm sure you must have already seen his videos. He comes into my relation, so I took advantage of that, and I invited him over with us today to entertain us and have a funny conversation. Then see, in my last session I highlighted this thing that there's so much negativity going on in this world because of this pandemic, and we definitely need that one shot of laughter, every day. Like doctors say, one apple a day keeps a doctor away. Now a shot of laughter basically will keep us away from all the negativity. So, ਤਰਲੋਕ ਸਿੰਘ ਜੀ ਸਾਨੂੰ ਅੱਜ ਜੁਆਇਨ ਕਰਨ ਵਾਲੇ ਨੇ। ਇਹ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਹਸਤੀ ਹਨ। ਐਂਡ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ ਟੂ ਆਰ ਸੀਰੀਜ਼ ਆਫ ਨਿਊ ਨੋਰਮਲ। I can't believe I'm actually very nervous myself। इतनी ਵੱਡੀ personality मेरे सामने बैठी हुई है। Noor Khurana ji, thank you so much for inviting me। और मैनू बड़ी खुशी हो रही है। आई फील प्राउड कि तुहाडे इन्ने इंपॉर्टेंट शो जिथे आजकल कोरोना वायरस की वजह नाल तुसी सो मच पॉजिटिविटी स्प्रेड कर रहे हो ते नाले फिर इन्फॉर्मेशन बड़ी अच्छी देंदे हो। बड़ा स्वीट प्रोग्राम है ते मैनू बड़ी खुशी हो रही है क्योंकि आपां सारियां ने ਇਹ ਜਿਹੜਾ ਔਖਾ ਸਮਾਂ ਆਇਆ ਸਾਡੇ ਸਾਰਿਆਂ ਤੇ ਇਹਨੂੰ ਹੱਸ ਕੇ ਇਹਦਾ ਸਾਹਮਣਾ ਕਰਨਾ। ਇਹਦੇ ਕਰੋਨਾ ਵਾਇਰਸ ਤੋਂ ਡਰਨਾ ਨਹੀਂ, ਇਹਦੇ ਤੋਂ ਸਾਵਧਾਨ ਰਹਿਣਾ। ਇਹ ਪਿਆਰ ਮੁਹੱਬਤ ਦੀਆਂ ਗੱਲਾਂ ਨੇ। ਬਹੁਤ ਵਧੀਆ ਚੱਲ ਰਿਹਾ ਮਾਹੌਲ। ਫਿਰ ਮੈਂ ਸਾਵਣ ਦਾ ਮਹੀਨਾ ਆਇਆ ਤੇ ਮੈਂ ਸਾਰਿਆਂ ਨੂੰ ਸਾਵਣ ਦੀ ਮੁਬਾਰਕ ਦੇਣਾ। ਉਹ ਹੋਇਆ ਇਸ ਤਰ੍ਹਾਂ ਜੀ, ਉਹ ਹੋਇਆ ਇਸ ਤਰ੍ਹਾਂ ਜੀ ਕਿ ਇੱਕ ਆਦਮੀ ਨੇ ਨਾ ਨਵੀਂ ਕਾਰ ਖਰੀਦੀ ਤੇ ਉਹਦੇ ਪਿੱਛੇ ਸਟicker ਲਗਾ ਦਿੱਤਾ, ਸਾਵਨ ਕੋ ਆਨੇ ਦੋ। ਲੋ ਜੀ, ਪਰਸੋਂ ਸਾਵਨ ਸੀ ਤੇ ਕਿਸੇ ਟਰੱਕ ਨੇ ਉਹਨੂੰ ਪਿੱਛੋਂ ਹੀ ਠੋਕ ਦਿੱਤਾ ਤੇ ਟਰੱਕ ਦੇ ਪਿੱਛੇ ਲਿਖਿਆ ਹੋਇਆ ਸੀ, ਆਇਆ ਸਾਵਨ ਝੂਮ ਕੇ। ਅੱਛਾ ਵੈਰੀ ਨਾਈਸ। ਇਹ ਸ਼ੁਗਲ ਚੱਲਦਾ ਰਹਿੰਦਾ ਤੇ ਅਸਲ ਵਿੱਚ ਨਾ ਗੱਲਾਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਕਿ ਪਤਨੀ ਜਿਹੜੀ ਹੈ ਨਾ ਉਹ ਕੁਝ ਕਹਿ ਰਹੀ ਹੁੰਦੀ ਹੈ, ਪਤੀ ਕੁਝ ਹੋਰ ਸਮਝ ਲੈਂਦਾ। ਪਤਨੀ ਕੁਝ ਕਹਿੰਦੀ ਹੈ, ਪਤੀ ਕੁਝ ਹੋਰ ਸਮਝ ਲੈਂਦਾ। ਇਹ ਜਿਹੜੇ ਪਤੀ ਨੇ ਨਾ ਇਹਨਾਂ ਨੂੰ ਬਹੁਤੀ ਜਲਦੀ ਗੱਲ ਦੀ ਸਮਝ ਨਹੀਂ ਲੱਗਦੀ ਤੇ ਉਹ ਜਿਵੇਂ ਕੋਈ ਗੱਲ ਵੀ ਹੋਵੇ ਨਾ ਉਹ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਨਾਰਾਜ਼ ਕਿਉਂ ਹੋ ਗਈ ਹੈ ਪਤਨੀ। ਜਿਵੇਂ ਪਤਨੀ ਨੇ ਪਤੀ ਨੂੰ ਪੁੱਛਿਆ ਕਿ ਮੈਨੂੰ ਮੈਰਿਜ ਐਨਵਰਸਰੀ ਤੇ ਕਿੱਥੇ ਲੈ ਕੇ ਜਾ ਰਹੇ ਹੋ ਤਾਂ ਪਤੀ ਕਹਿੰਦਾ ਅੱਛਾ ਆਪਣੀ ਮੈਰਿਜ ਐਨਵਰਸਰੀ ਐਸੇ ਮਹੀਨੇ ਹੈ। ਉਹਨੂੰ ਇਹ ਨਹੀਂ ਪਤਾ ਲੱਗਿਆ ਕਿ ਪਤਨੀ ਕਿਉਂ ਨਾਰਾਜ਼ ਹੋ ਗਈ ਹੈ। ਫਿਰ ਪਤਨੀ ਨੇ ਕਿਹਾ ਕਿ ਅੱਜ ਆਪਾਂ ਨਾ ਬਾਹਰੋਂ ਖਾਵਾਂਗੇ, ਅੱਜ ਆਪਾਂ ਬਾਹਰ ਖਾਵਾਂਗੇ, ਅੱਜ ਆਪਾਂ ਬਾਹਰ ਖਾਵਾਂਗੇ। ਤੇ ਪਤੀ ਨੇ ਕੀ ਕੀਤਾ, ਉਹ ਟੇਬਲ ਬਰਾਮਦੇ ਵਿੱਚ ਲਗਾ ਦਿੱਤਾ। ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ ਉਹ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਸਮਝ ਨਹੀਂ ਲੱਗਦੀਆਂ। ਤੇ ਫਿਰ ਪਤਨੀ ਕਹਿੰਦੀ ਕਿ ਇਸ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ ਮੈਂ ਉਮੀਦ ਰੱਖਾਂ ਕਿ ਆਪਾਂ ਕਿਤੇ ਜਾਵਾਂਗੇ। ਤੇ ਪਤੀ ਕਹਿੰਦਾ ਹਾਂ ਉਮੀਦ ਰੱਖਣੀ ਚਾਹੀਦੀ ਹੈ, ਉਮੀਦਾਂ ਤੇ ਹੀ ਤੇ ਜ਼ਿੰਦਗੀ ਕਾਇਮ ਹੈ। ਇਹ ਗੱਲਾਂ ਹੁੰਦੀਆਂ ਨੇ,
ਇਹ ਗੱਲਾਂ ਜਿਹੜੀਆਂ ਨੇ ਨਾ ਅਸਲੇ ਪਤਨੀਆਂ ਬੜੀਆਂ ਸਿਆਣੀਆਂ ਹੁੰਦੀਆਂ ਨੇ, ਉਹਨਾਂ ਨੂੰ ਹਰ ਗੱਲ ਦੀ ਸਮਝ ਹੁੰਦੀ ਹੈ, ਪਰ ਪਤੀ ਆ ਉਹਨਾਂ ਨੂੰ ਪਤੀ ਨੂੰ ਨਹੀਂ ਸਮਝ ਲੱਗਦੀ ਕਈ ਵਾਰੀ ਗੱਲ, ਬਹੁਤ ਹੀ ਵਾਰੀ ਗੱਲ। ਜਿਵੇਂ ਪਤਨੀ ਕਹਿੰਦੀ ਹੈ ਜਲਦੀ ਘਰ ਆ ਜਾਓ ਮੁਰਗਾ ਬਣਾਵਾਂਗੀ, ਹੁਣ ਪਤੀ ਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਇਹਦਾ ਕੀ ਮਤਲਬ ਹੈ, ਬਈ ਮੁਰਗਾ ਬਣਾਣਾ ਜਾਂ ਮੈਨੂੰ ਮੁਰਗਾ ਬਣਾਣਾ ਹੈ। ਇਹ ਕਨਫਿਊਜ਼ਿੰਗ ਸੀ, ਇਹ ਸਿਚੁਏਸ਼ਨ ਹੈ ਚਲਦੀ ਰਹਿੰਦੀ ਹੈ। ਫਿਰ ਇੱਕ ਪਤੀ ਨੇ ਫੋਨ ਕੀਤਾ ਤੇ ਫੋਨ ਤੇ ਕਿਹਾ ਡੀਅਰ ਕੀ ਹਾਲ ਹੈ ਤੇਰਾ, ਮਿਸ ਕਰ ਰਹੀ ਹੈ ਮੈਨੂੰ, ਮਿਸ ਕਰ ਰਹੀ ਹੈ ਮੈਨੂੰ। ਅੱਗੋਂ ਜਵਾਬ ਆਇਆ ਜੇ ਇੰਨਾ ਹੀ ਪਿਆਰ ਕਰਦੇ ਹੋ ਤਾਂ ਸਵੇਰੇ ਲੜ ਕੇ ਕਿਉਂ ਗਏ ਸੀ। ਪਤੀ ਨੂੰ ਹੁਣ ਇਹ ਨਹੀਂ ਸਮਝ ਆ ਰਹੀ ਕਿ ਉਹ ਘਰ ਫੋਨ ਕਰ ਬੈਠਾ। ਹਾਂਜੀ, ਘਰ ਫੋਨ ਕਰ ਬੈਠਾ ਤੇ ਉਹ ਹੁਣ ਕੀ ਕਵੇ। ਅੱਛਾ ਅੱਛਾ ਅੱਛਾ, ਸਮਝੀ ਹਾਂ। ਇਹ ਆਪਸ ਵਿੱਚ ਪਤੀ ਪਤਨੀ ਦਾ ਨਾ ਅਸਲ ਵਿੱਚ ਪਿਆਰ ਦਾ ਰਿਸ਼ਤਾ, ਇਸ ਤੋਂ ਵਧੀਆ ਰਿਸ਼ਤਾ ਕੋਈ ਨਹੀਂ ਹੈਗਾ, ਸਤਿਕਾਰ ਦਾ ਰਿਸ਼ਤਾ ਹੈਗਾ। ਇਹ ਘਰ ਦਾ ਮਾਹੌਲ ਚੰਗਾ ਬਣਾਉਣਾ ਚਾਹੀਦਾ। ਹੁਣ ਜਿਵੇਂ ਪਤੀ ਨੇ ਪਤਨੀ ਨੂੰ ਇੱਕ ਚੀਜ਼ ਸਮਝ ਲੱਗ ਜਾਣੀ ਚਾਹੀਦੀ ਹੈ ਕਿ ਜੇ ਪਤੀ ਨੇ ਇਹ ਕਹਿ ਦਿੱਤਾ ਨਾ ਕਿ ਮੈਂ ਫਿਕਸ ਕਰ ਦਿਆਂਗਾ ਤਾਂ ਉਹਨੂੰ ਹਰ ਤੀਜੇ ਮਹੀਨੇ ਪਿੱਛੋਂ ਯਾਦ ਲਾਉਣ ਦੀ ਲੋੜ ਨਹੀਂ ਹੈਗੀ। ਅੱਛਾ। ਤੇ ਇਸੇ ਤਰ੍ਹਾਂ ਪਤਨੀ ਜਾਣਾ ਸੀ ਪਾਰਟੀ ਤੇ ਪਤੀ ਕਹਿ ਰਿਹਾ ਸੀ ਹੋਰ ਕਿੰਨੀ ਦੇਰ ਲਾਏਂਗੇ। ਪਤਨੀ ਨੂੰ ਗੁੱਸਾ ਚੜ ਗਿਆ, ਉਹ ਕਹਿੰਦੀ ਇੱਕ ਤਾਂ ਤੁਹਾਨੂੰ ਸਮਝ ਨਹੀਂ ਲੱਗਦੀ, ਮੈਂ 1 ਘੰਟੇ ਤੋਂ ਕਹਿ ਰਹੀ ਹਾਂ ਕਿ ਮੈਂ 5 ਮਿੰਟ ਵਿੱਚ ਆਈ ਤੇ ਤੁਹਾਨੂੰ ਸਮਝ ਨਹੀਂ ਲੱਗਦੀ। 1 ਘੰਟਾ ਹੋ ਗਿਆ ਲੇਕਿਨ 5 ਮਿੰਟ ਨਹੀਂ ਹੋਏ। ਨੂਰ ਜੀ ਹੋਇਆ ਇਸ ਤਰ੍ਹਾਂ ਕਿ ਇੱਕ ਔਰਤ ਸੜਕ ਤੇ ਜਾ ਰਹੀ ਸੀ ਤੇ ਉਹਨੂੰ ਇੱਕਦਮ ਆਵਾਜ਼ ਆਈ ਰੁਕ ਜਾਓ। ਉਹ ਰੁਕ ਗਈ ਤੇ ਇੰਨੀ ਤੇਜ਼ ਅੱਗੋਂ ਕਾਰ ਲੰਘ ਕੇ ਚਲੀ ਜਾਂਦੀ, ਜੇ ਉਹ ਨਾ ਰੁਕਦੀ ਨਾ ਤਾਂ ਕੁਝ ਹੋ ਸਕਦਾ ਸੀ। ਫਿਰ ਉਹ ਨਾ ਇੱਕ ਪਹਾੜ ਤੇ ਜਾ ਰਹੀ ਸੀ ਤੇ ਪਹਾੜ ਤੇ ਉੱਤੇ ਚੜ ਰਹੀ ਸੀ ਨਾ ਤੇ ਉੱਤੋਂ ਹੀ ਆਵਾਜ਼ ਆਈ ਰੁਕ ਜਾਓ। ਉਹ ਰੁਕ ਗਈ, ਉਹਦੇ ਰੁਕਦਿਆਂ ਹੀ ਨਾ ਕੋਈ ਪੱਥਰ ਸਲਾਈਡ ਕਰਨੇ ਸ਼ੁਰੂ ਕਰ ਦਿੱਤੇ। ਉਹਨੇ ਫਿਰ ਉੱਚੀ ਸਾਰੀ ਆਵਾਜ਼ ਦੇ ਕੇ ਨਾ ਕਿਹਾ तुम कौन हो। तो उत्तों आवाज आई मैं तुम्हारा गार्डियन एंजल हूं, मैं फरिश्ता हूं। उस औरत को बड़ा गुस्सा आया तो वो कहने लगी जब मेरी शादी हो रही थी तब तुम कहाँ थे। तो ऊपर से आवाज आई मैंने उस टाइम भी कहा था रुक जाओ मगर डीजे इतना लाउड था आपने मेरी आवाज नहीं सुनी। ਅੱਛਾ, ਨਹੀਂ ਤੁਸੀਂ ਐਕਚੁਅਲੀ ਜਿਸ ਤਰ੍ਹਾਂ ਮੈंने ਪਹਿਲੇ ਕਿਹਾ ਕਿ ਸਾਨੂੰ ਜਿਹੜਾ ਨਾ ਇੱਕ ਲਾਫਟਰ ਦਾ ਸ਼ਾਟ ਚਾਹੀਦਾ ਹੀ ਹੁੰਦਾ ਹੈ ਨੈਗੇਟਿਵਿਟੀ ਨੂੰ ਹਟਾਉਣ ਲਈ ਤੇ ਪੋਜ਼ਿਟਿਵਿਟੀ ਨੂੰ ਆਪਣੇ ਲਾਈਫ ਵਿੱਚ ਇਨਵਾਈਟ ਕਰਨ ਲਈ। ਤਾਂ ਚਾਚਾ ਜੀ ਅਸੀਂ ਪਹਿਲੇ ਸਟਾਰਟ ਕਰਨੇ ਆ ਤੁਹਾਡਾ, ਤੁਸੀਂ ਮੈਨੂੰ ਫੈਮਿਲੀ ਬੈਕਗਰਾਉਂਡ ਦੱਸੋ ਕਿ ਵਜ੍ਹਾ ਸੀ ਤੇ ਤੁਹਾਡੇ ਘਰ ਕੌਣ ਕੌਣ ਸੀ ਤੇ ਤੁਸੀਂ ਕਿੱਧਰੋਂ ਹੋ। ਮੇਰੀ ਪੈਦਾਇਸ਼ ਪਾਕਿਸਤਾਨ ਦੀ ਹੈ, ਫਿਰ ਅਸੀਂ ਚੰਡੀਗੜ੍ਹ ਰਹਿਣ ਲੱਗ ਪਏ। ਮੇਰੀਆਂ ਨੂਰ ਜੀ 6 ਭੈਣਾਂ ਨੇ ਤੇ ਅਸੀਂ 3 ਭਰਾ ਵਾ ਤੇ ਚੰਡੀਗੜ੍ਹ ਰਹਿੰਦੇ ਸੀ ਤੇ ਉੱਥੇ ਬੜੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਹਰ ਵਕਤ। ਪਤਾ ਨਹੀਂ ਕੀ ਗੱਲ ਹੈ, ਮੇਰੇ ਨਾ ਮਦਰ ਦਾ ਵੀ ਸੁਭਾਅ ਚੰਗਾ ਸੀ, ਬੜਾ ਹਾਸਾ ਮਾਹੌਲ, ਭੈਣਾਂ ਨੇ ਛੁੱਟੀਆਂ ਵਿੱਚ ਆਉਣਾ ਚੰਡੀਗੜ੍ਹ, ਫਿਰ ਉੱਥੇ ਅਸੀਂ ਅੰਬ ਚੂਪਣੇ, ਰੌਣਕਾਂ ਲਾਉਣੀਆਂ, ਚੁਟਕਲੇ ਸੁਣਾ। ਤੇ ਮੇਰਾ ਸੁਭਾਅ ਸ਼ੁਰੂ ਤੋਂ ਹੀ ਏਦਾਂ ਦਾ, ਮੇਰੀਆਂ ਭੈਣਾਂ ਦਾ ਵੀ ਸੁਭਾਅ ਇਸ ਤਰ੍ਹਾਂ। ਘਰ ਦਾ ਮਾਹੌਲ ਜਿਹੜਾ ਨਾ ਅਸਲ ਵਿੱਚ ਜਿਸ ਤਰ੍ਹਾਂ ਦਾ ਘਰ ਦਾ ਮਾਹੌਲ ਹੋਵੇ ਨਾ
ਉਸੇ ਤਰ੍ਹਾਂ ਦੀ ਪਰਸਨੈਲਿਟੀ ਬਣ ਜਾਂਦੀ ਹੈ ਤੁਹਾਡੀ। ਅਸੀਂ ਰੌਣਕਾਂ ਲਾਣੀਆਂ, ਸਾਡੇ ਪੜੋਸੀ ਕਹਿੰਦੇ ਹੁੰਦੇ ਸੀ ਤੁਹਾਡੇ ਘਰ ਜਿਹੜੀ ਹੈ ਦਿਹਾਤੀ ਪ੍ਰੋਗਰਾਮ ਕਦੋਂ ਸ਼ੁਰੂ ਹੋਏਗਾ। ਜਿਸ ਤਰ੍ਹਾਂ ਹੀ ਸਮਝ ਆ ਜਾਂਦੀ ਹੈ ਮਤਲਬ ਦਿਹਾਤੀ ਪ੍ਰੋਗਰਾਮ ਸਟਾਰਟ ਹੋ ਗਿਆ। ਹਾਂਜੀ ਹਾਂਜੀ ਹਾਂਜੀ, ਜਦੋਂ ਇਹ ਸ਼ੁਗਲ ਹੋ ਪੰਜਾਬੀ ਜਾਏ ਫੈਮਿਲੀ ਦਾ ਹੁੰਦਾ ਹੀ ਹੈ, ਰੌਣਕਾਂ ਬੜੀਆਂ ਲੱਗਦੀਆਂ ਬਿਲਕੁਲ। ਇਹ ਤਾਂ ਸਾਡੇ ਪੰਜਾਂ ਪਾਣੀਆਂ ਵਿੱਚ ਹੈਗਾ, ਸਾਡੇ ਖੂਨ ਵਿੱਚ ਹੈਗਾ। ਖੁਸ਼ ਰਹਿਣਾ, ਜ਼ਿੰਦਗੀ ਦੀ ਹਰ ਮੁਸ਼ਕਲ ਦਾ ਸਾਹਮਣਾ ਡਟ ਕੇ ਕਰਨਾ। ਬਿਲਕੁਲ ਚਾਚਾ ਜੀ। ਤੇ ਹੋਰ ਚਾਚਾ ਜੀ ਹੁਣੇ ਤਾਂ ਤੁਹਾਡੇ ਫੈਮਿਲੀ ਬੈਕਗ੍ਰਾਉਂਡ ਦਾ ਸਾਨੂੰ ਪਤਾ ਚੱਲਿਆ, ਤੁਹਾਨੂੰ ਇਹ ਕਿਸ ਤਰ੍ਹਾਂ ਡਿਸਾਈਡ ਕੀਤਾ ਕਿ ਤੁਸੀਂ ਇਹ ਲਾਫਟਰ ਜਰਨੀ ਤੇ ਨਿਕਲਣਾ ਚਾਹੁੰਦੇ ਹੋ, ਤੇ ਉਹ ਆਈਡੀਆ ਕਿੱਥੋਂ ਆਇਆ ਤੁਹਾਨੂੰ? ਨੂਰ ਜੀ ਬਹੁਤ ਵਧੀਆ ਸਵਾਲ ਹੈ ਤੁਹਾਡਾ। ਮੈਂ ਬਿਲਕੁਲ ਇਸ ਪਾਸੇ ਨਹੀਂ ਆਣਾ ਚਾਹੁੰਦਾ, ਨਾ ਕਦੇ ਸੋਚਿਆ ਸੀ, ਕਦੇ ਨਹੀਂ ਸੋਚਿਆ ਸੀ। ਹਾਲੇ ਕਿ ਮੈਂ ਫੈਨ ਹੈਗਾ ਸਾਰਿਆਂ ਦਾ, ਕਪਲ ਸ਼ਰਮਾ ਦਾ, ਸਾਰਿਆਂ ਦਾ, ਜਿਨੇ ਘੁੱਗੀ ਸਾਹਿਬ, ਇਹ ਜਿੰਨੇ ਵੀ ਹੈਗੇ ਨੇ, ਪਰ ਮੈਂ ਕਦੇ ਨਹੀਂ ਸੀ ਸੋਚਿਆ, ਕਿਉਂਕਿ ਮੈਂ ਪ੍ਰੋਡਕਸ਼ਨ ਇੰਜੀਨੀਅਰਿੰਗ ਕੀਤੀ ਸੀ ਤੇ ਇੰਜੀਨੀਅਰਿੰਗ ਵਿੱਚ ਬਿਜ਼ੀ ਹੈਗਾ ਸੀ, ਪਰ ਘਰ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ। ਫਿਰ ਜਦੋਂ ਮੈਂ ਰਿਟਾਇਰ ਹੋਇਆ ਤੇ ਫਿਰ ਆਰਗੇਨਾਈਜੇਸ਼ਨਸ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਤੇ ਉੱਥੋਂ ਫਿਰ ਇਹ ਟੈਲੈਂਟ ਜਿਹੜਾ ਉਹ ਬਾਹਰ ਆਇਆ। ਫਿਰ ਗੱਲ ਇਹ ਹੈ ਕਿ ਪਿੱਛੇ ਜੇ ਨਾ ਇਹ ਸੋਸ਼ਲ ਮੀਡੀਆ ਉਹ ਇੰਨਾ ਪ੍ਰਫੁੱਲਤ ਹੋਇਆ ਹੈ, ਇੰਨਾ ਤੇਜ਼ੀ ਨਾਲ ਵਧਿਆ ਕਿ ਉਹਨਾਂ ਨੇ ਮੈਨੂੰ ਕਿਤੋਂ ਦਾ ਕਿਤੇ ਬਣਾ ਦਿੱਤਾ। ਔਰ ਅੱਜ ਮੇਰੇ YouTube ਚੈਨਲ tarlokchugh.com ਤੇ 90,000 ਸਬਸਕ੍ਰਾਈਬਰ ਨੇ, 90,000। ਇਹ ਸਭ ਤੁਹਾਡੀਆਂ ਬਲੈਸਿੰਗਸ ਨੇ। ਅਸਲ ਵਿੱਚ ਮੈਂ ਇਕੱਲਾ ਕੁਝ ਨਹੀਂ ਕਰ ਰਿਹਾ, ਆਪਾਂ ਸਾਰੇ ਹੀ ਮਿਲ ਕੇ ਕਰ ਰਹੇ ਹਾਂ। ਔਰ ਜ਼ਿੰਦਗੀ ਵਿੱਚ ਹਾਸੇ ਵੰਡਣਾ ਇਹ ਬੜਾ ਜ਼ਰੂਰੀ ਹੈ। ਦੂਜਾ, ਜੇ ਤੁਸੀਂ ਕਹੋ ਨਾ ਇਹ ਤੁਹਾਨੂੰ ਸ਼ੁਰੂ ਕਿੱਥੋਂ ਹੋਇਆ, ਤਾਂ ਮੈਂ ਇਹ ਕਹਾਂਗਾ ਮੈਨੂੰ ਤਾਂ ਮਾਂ ਦੇ ਪੇਟ ਤੋਂ ਹੀ ਸ਼ੁਰੂ ਹੋਇਆ ਸੀ। ਅੱਛਾ, ਕਿਉਂਕਿ ਉਹਨਾਂ ਦਾ ਸੁਭਾਅ ਵੀ ਨਹੀਂ ਬਹੁਤ ਸੋਹਣੀ ਗੱਲ ਹੈ ਇਹ। you know your example basically shows it's never too late to follow your passion। मतलब कोई एक बार बिल्कुल नहींगा कि ਤੁਸੀਂ ਇਹ ਏਜ ਤੇ ਸਟਾਰਟ ਕਰਨੇ ਤੇ ਆਪਣਾ ਪੈਸ਼ਨ ਫੋਲੋ ਕਰਨੇ, ਜਦੋਂ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਸਟਾਰਟ ਹੋ ਜਾਓ, ਤੇ then there is no looking back and then there is a road to success and you are a great example of that। Exactly, ਬਿਲਕੁਲ ਠੀਕ ਹੈ ਜੀ। ਇਹ ਜਦੋਂ ਉਹਦੀ ਬਖਸ਼ਿਸ਼ ਹੋਣੀ ਹੁੰਦੀ ਹੈ ਔਰ ਤੁਹਾਡੇ ਸਾਰਿਆਂ ਦਾ ਸਾਥ। ਹਾਂਜੀ, ਤੇ ਉਹ ਜੀ ਮੈਂ ਹੁਣ ਉਹ ਆਪਣਾ ਕੰਮ ਸ਼ੁਰੂ ਕਰਦਾ ਅੱਗੇ ਹੀ। ਹੋਇਆ ਇਸ ਤਰ੍ਹਾਂ ਕਿ ਰਾਤ ਦੇ 1 ਵਜੇ ਇੱਕ ਪਤਨੀ ਨੇ ਪਤੀ ਨੂੰ ਉਠਾਇਆ। ਰਾਤ ਦੇ 1 ਵਜੇ ਇੱਕ ਪਤਨੀ ਨੇ ਪਤੀ ਨੂੰ ਉਠਾਇਆ ਤਾਂ ਉਹਨੂੰ ਕਹਿੰਦੀ ਹੈ ਸ਼ੋਲੇ ਫਿਲਮ ਦੀ ਹੀਰੋਇਨ ਕੌਣ ਸੀ? ਕਹਿੰਦਾ ਹੇਮਾ ਮਾਲਿਨੀ। ਫਿਰ ਉਹ ਕਹਿੰਦੀ ਹੈ ਕਿ ਅੱਛਾ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ ਵਿੱਚ ਕਾਜੋਲ ਦਾ ਕੀ ਨਾਂ ਸੀ? ਉਹ ਕਹਿੰਦਾ ਸਿਮਰਨ। ਫਿਰ ਕਹਿੰਦੀ ਹੈ ਉਹ ਸਾਡੇ ਸਾਹਮਣੇ ਜਿਹੜੀ ਫਲੈਟ ਵਿੱਚ ਕਵਿਤਾ ਆਈ ਹੈ ਉਹ ਕਦੋਂ ਆਈ ਸੀ? ਉਹ ਕਹਿੰਦਾ 2 ਮਹੀਨੇ। ਫਿਰ ਪਤੀ ਨੂੰ ਗੁੱਸਾ ਚੜ ਗਿਆ। ਉਹ ਕਹਿੰਦਾ ਰਾਤ ਦੇ 1 ਵਜੇ ਮੈਨੂੰ ਉਠਾ ਕੇ ਇਹ ਸਾਰਾ ਕੁਝ ਤੂੰ ਕਿਉਂ ਪੁੱਛ ਰਹੀ ਹੈ? ਤਾਂ ਉਹ ਕਹਿੰਦੀ ਅੱਜ ਮੇਰਾ ਬਰਥਡੇ ਸੀ। ਟ੍ਰੈਪ। ਮੈਨੂੰ ਉੱਥੋਂ ਹੀ ਯਾਦ ਰਹਿੰਦੀਆਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਰਥਡੇ ਨਹੀਂ ਯਾਦ ਰਹਿੰਦੇ, ਮੈਰਿਜ ਐਨਵਰਸਰੀ ਨਹੀਂ ਭੁੱਲਦੀ, ਕਿਉਂਕਿ ਦੁਖਦਾਈ ਘਟਨਾਵਾਂ ਨਹੀਂ ਭੁੱਲਦੀਆਂ। ਸਾਹਮਣੇ ਪੜੋਸਨ ਕਦੋਂ ਆਈ ਹੈ? 2 ਮਹੀਨੇ ਪਹਿਲੇ ਆਈ ਸੀ, ਉਹ ਪੂਰਾ ਯਾਦ ਹੈ ਮੁੰਡੇ ਨੂੰ। ਉਹ ਯਾਦ ਹੈ। ਉਹ ਪੜੋਸਨ ਤੋਂ ਯਾਦ ਆਇਆ, ਪੜੋਸਨ ਤੋਂ ਯਾਦ ਆਇਆ ਕਿ ਇੱਕ ਆਦਮੀ ਕਹਿ ਰਿਹਾ ਸੀ ਯਾਰ ਅੱਗੇ ਪੜੋਸਨ ਨੂੰ ਦੇਖ ਕੇ ਖੁਸ਼ੀ ਹੁੰਦੀ ਸੀ ਤੇ ਅੱਜ ਕੱਲ ਉਹਨੇ ਮਾਸਕ ਪਾਈ ਹੋਈ ਹੈ, ਉਹਦੀ ਸਮਾਈਲ ਹੀ ਨਹੀਂ ਨਜ਼ਰ ਆਉਂਦੀ। ਇਸੀ ਨੂੰ ਤਾਂ ਅਸੀਂ ਨਿਊ ਨਾਰਮਲ ਕਹਿੰਦੇ ਆ। ਉਹ ਇੱਥੋਂ ਹੀ ਯਾਦ ਆਇਆ, ਮਾਸਕ ਤੋਂ ਯਾਦ ਆਇਆ ਕਿ ਇੱਕ ਪਤੀ ਕਹਿੰਦਾ ਆਪਣੀ ਪਤਨੀ ਨੂੰ ਤੂੰ ਮਾਸਕ ਕਿਉਂ ਨਹੀਂ ਪਾਉਂਦੀ? ਤੂੰ ਮਾਸਕ ਕਿਉਂ ਨਹੀਂ ਪਾਉਂਦੀ? ਤੇ ਉਹ ਕਹਿੰਦੀ ਹੈ ਫਿਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਮੂੰਹ ਫੁਲਾ ਕੇ ਬੈਠੀ ਹਾਂ?
ਮਾਸਕ ਪਾਣਾ ਜਿਹੜਾ ਨਾ ਪਤਨੀਆਂ ਤੇ ਤਾਂ ਬਿਲਕੁਲ ਅਪਲਾਈ ਨਹੀਂ ਹੁੰਦਾ। ਉਹ ਮੈਨੂੰ ਇੱਕ ਗੱਲ ਯਾਦ ਆਈ ਜੀ, एक औरत दी शादी हो गई एक पहलवान नाल। अच्छा जी। तो पहलवान ने उसे इम्प्रेस करने के लिए कहा कि देख प्रिय, मैं 5 मिनट में अपने सामने वाले को हरा सकता हूँ। अच्छा। और 1 मिनट में 1000 किलो वजन उठा सकता हूँ और अच्छा। 1 मिनट में 1000 दंड बैठ के निकाल सकता हूँ। तुम क्या कर सकती हो? तुम क्या कर सकती हो? तो वो कहने लगी, पहलवान जी हम भी कम नहीं हैं, हम आपको उंगलियों पे नचा सकते हैं, आपको दिन में तारे दिखा सकते हैं, आप वजन उठाने की बात करते हो, हम पूरा आसमान सर पे उठा सकते हैं। सही गल है, बीवियां दी पावर नू कोई भी अंडर एस्टिमेट नहीं कर सकता। कदे नहीं करना एस्टिमेट करना चाहिए, उन्हां नू तो सब कुछ पता है। और वैसे जो पत्नी कोई पूछे ना कि कोई सवाल भी करे ਉਹਦਾ सच जवाब देना चाहिए, क्योंकि ਜਿਹੜਾ ਉਹਨੇ सवाल किया ਉਹਦਾ जवाब ਉਹਨੂੰ ऑलरेडी पता ही होता है। बिल्कुल बिल्कुल सही गल कहती है। अच्छा चाचा जी, हाँ जी बिल्कुल, हाँ जी तुसी दसो पूछो। ते हुणे जिस तरह साने स्टार्ट कीता कोरोना वायरस तो ते इस टाइम विच जेड़ा है सारी फैमिलीज इकट्ठे होके टीवी देखदियां पई सी, यू नो देयर वाज अ लॉट ऑफ बॉन्डिंग टाइम दैट वाज गोइंग ऑन। ते बाहर जाने तो वी वर टू मच कनेक्टेड टू द सोशल मीडिया। ते मैंने एक गल दसो, दिस इज समथिंग रिलेटेड टू योर चैनल दैट ਤੁਹਾਡੇ ਵੀਡੀਓਜ਼ ਦਾ ਜਿਹੜਾ ਯੂ نو ਵਿਊਅਰਸ਼ਿਪ ਹੋ ਗਈ ਤੇ ਵੀਡੀਓਜ਼ ਦੇਖਣ ਦਾ ਜਿਹੜਾ ਵਿਊਜ਼ ਹੋ ਗਏ, ਲਾਈਕਸ ਹੋ ਗਏ, ਇਹ ਟਾਈਮ ਵਿੱਚ ਜਿਹੜਾ ਇਹ 4-5 ਮਹੀਨਿਆਂ ਦੇ ਟਾਈਮ ਵਿੱਚ ਵਧੇ किसी तरीके तो थानू कुछ होर व्यूअरशिप मिली है इस टाइम विच? बहुत अच्छा सवाल है। इस टाइम मैनू बहुत ज्यादा सबसक्राइबर मिले ने, बहुत ज्यादा व्यूअर्स मिले ने, क्योंकि वो घर बैठे ने ते घर बह के इन्नी टेंशन आ जाती है, डिप्रैशन भी आ जाता है, पर ਇਹ मौका हैगा ਇਹਨੂੰ ਆਪਾਂ ਜਿਹੜੀ थोड़ी जी नेगेटिविटी है ਉਹਨੂੰ ਕਿਵੇਂ पॉजिटिविटी च कन्वर्ट करना है। और अजकल लोकी बहुत चाहते हैं क्योंकि खुश रहना चाहते ने, और मैनू ये बड़ी खुशी है कि मैं भी अपना सेवा कर रहा, पार्टिसिपेट कर रहा, लोगों को इस पासे लाया होया है, क्योंकि मैनू बड़ा रिस्पॉन्स मिलता है कि जी तुहाडे जेड़े प्रोग्राम देखी दे ने ते सानू इहदे च बड़ी एनर्जी मिलती है पॉजिटिव, क्योंकि हर कोई हसना चाहता है। नूर बेटा जी अजकल ना लोकां दे कोल हसन दा टाइम नहीं हैगा ते नेगेटिविटी बहुत, पर हुण जेड़ा मौका हैगा सारियां नू एक दूजे दे नेड़े आना चाहिए। दिस इज ए ग्रेट अपॉर्चुनिटी टू अंडरस्टैंड ईच अदर and get along with each other। ਉਹ ਜਿਵੇਂ ਇਸੇ ਤਰ੍ਹਾਂ ਹੀ ਨਾ ਇਸ ਮੌਕੇ ਇਕੱਠੇ ਬੈਠੇ ਸੀ ਤਾਂ ਪਤੀ ਨੇ ਪਤਨੀ ਨੂੰ ਕਿਹਾ ਕਿ ਡੀਅਰ ਤੈਨੂੰ ਮੇਰੇ ਬਾਰੇ ਕੋਈ ਗਿਲਾ ਹੈ, ਤੈਨੂੰ ਮੇਰੇ ਚ ਕੋਈ ਕਮੀ ਮਹਿਸੂਸ ਹੋਈ ਹੈ? ਤੇ ਪਤਨੀ ਨੇ ਅੱਜ ਸ਼ਾਮ ਨੂੰ ਪਾਵਰ ਪੁਆਇੰਟ ਸਕੇਜੂਲ ਕਰ ਲਿਆ। अच्छा अच्छा, इसे तरह ही है जी, इकट्ठियां रहना चाहिए, और वैसे इकट्ठे रहो ना ते तुसी एक दूजे नू अंडरस्टैंड करदे हो। ते एक आदमी कह रहा सी कि पत्नी नाल ज्यादा टाइम बिताओ, ओदियां गल्लां सुनो, वो तुहाडी दोस्त बन जाएगी, वो तुहानू प्यार करन लग पाएगी ते वो तुहाडी हर गल भी मन्नेगी, सुनेगी, सुनाएगी ते तुहाडा ये वहम भी दूर हो जाएगा। चाचा जी तुसी मैनू एक गल दसो, तुसी जोक्स सेल्फ मेडन या फिर किथों आए? दे आर सो ऑथेंटिक एंड दे आर सो फन टू लिसन टू। आई थिंक ये अगे इतने सर्कुलेट होंदे पिन, बट दे आर ब्यूटीफुल जोक्स दैट यू डिलीवर। सीरियसली ये ना ये सारा कुछ इकट्ठा ही होंदा है।
ये हाँ मत जी। पूछो, ये मत पूछो कि अल्फाज कहाँ से लाता हूँ, कुछ हाल सुनाता हूँ अपने, कुछ लोगों का दर्द सुनाता हूँ। सो ये जेड़े ने ना, ये सारा कुछ नाल दे नाल चलदा ही रहिंदा है, चलदा ही चाहिदा है। ते ओ जी होया इस बिल्कुल। तरह, होया इस तरह कि एक मुंडा अपने डैडी नू कहंदा है, डैडी डैडी मैं ना विआह कराना है, आई वांट टू गेट मैरिड। डैडी हाँ जी। मैं विआह कराना है। डैडी कहंदा क्या हम्म। सॉरी, क्या अच्छा। सॉरी। कहंदा क्यों सॉरी क्यों कवा, कहंदा क्या सॉरी। कहंदा मेरा फॉल्ट की है, व्हाट इज माय फॉल्ट। नो से सॉरी, but there should be some reason to say sorry. No, you say sorry. And finally the son said, I am sorry. And dad said, okay, go ahead and get Now you're married. ready. Your training is complete. And I want to tell you one more thing. Perfect. I want, I want to tell you one more thing. When you get married, people, they go to the church, and then there they say, I do, I do. And then the man there, he says, now you are husband and wife. So when they were going, then the wife told his husband, I did not like the tone you said I do. That is where अच्छा। the marriage life starts. That is where the marriage life बिल्कुल starts. बिल्कुल बिल्कुल। ਉਹ I ਜੀ can ਹੋਇਆ ਇਸ relate to ਤਰ੍ਹਾਂ, it. ਹੋਇਆ ਇਸ ਤਰ੍ਹਾਂ ਕਿ ਇੱਕ ਆਦਮੀ ਨਾ, ਇੱਕ ਆਦਮੀ ਕਹਿੰਦਾ ਹੈ ਆਪਣੀ ਵਾਈਫ ਨੂੰ ਕਿ ਮੈਂ ਨਾ ਵਰਲਡ ਟੂਰ ਤੇ ਜਾ ਰਿਹਾ। ਤਾਂ ਉਹਦੀ ਵਾਈਫ ਕਹਿਣ हाँ ਲੱਗੀ, जी। ਅੱਛਾ ਜੇ ਇੰਡੀਆ ਜਾਓ ਤਾਂ ਮੇਰੇ ਵਾਸਤੇ ਸਿਲਕ ਦੀ ਸਾੜੀ ਲਿਆਣਾ, ਜੇ ਪੈਰਿਸ ਜਾਓ हाँ ਤਾਂ ਮੇਰੇ ਵਾਸਤੇ ਪਰਫਿਊਮ ਲਿਆਣਾ, ਤੇ ਜੇ ਦੁਬਈ ਜਾਓ ਤਾਂ ਮੇਰੇ ਵਾਸਤੇ ਸੋਨੇ ਦਾ ਹਾਰ ਲਿਆਣਾ। ਤਾਂ ਉਹ ਕਹਿੰਦਾ ਜੇ ਮੈਂ ਨਰਕ ਗਿਆ ਤਾਂ ਕੀ ਲਿਆਵਾਂ, ਕਹਿੰਦੀ ਉੱਥੋਂ ਆਪਣੀ ਵੀਡੀਓ ਲੈ ਆ, ਉੱਥੋਂ ਵੀਡੀਓ ਭੇਜ ਦੇਣਾ। ताकि पता तो चले तुसी नर किच गए सी। बिल्कुल ਇਹ ਜਿਹੜੀ बिल्कुल। ਮੈਂ ਹੁਣੇ ਗੱਲ ਕਹੀ ਸੀ ਨਾ, ਆਈ ਡੂ, ਉੱਥੋਂ ਗੱਲ ਸਟਾਰਟ ਹੁੰਦੀ ਹੈ ਤੇ ਫਿਨਿਸ਼ ਪਤਾ ਕਿੱਥੇ ਹੁੰਦੀ ਹੈ, ਜਦੋਂ ਆਦਮੀ ਮਰ ਜਾਂਦਾ ਹੈ ਨਾ, ਤਾਂ ਪਤਨੀ ਉਹਦੀ ਕਬਰ ਤੇ ਜਾਂਦੀ ਹੈ। she goes to the graveyard, ਔਰ ਉਹਦੇ ਤੇ ਲਿਖ ਦਿੰਦੇ ਨੇ, rest in peace till I join you. Oh no। बता के मर के भी जाए ना, मेरा पीछा नहीं छड़ना इसने। ਤੇ ਨੂਰ ਜੀ ਬੜਾ ਚੰਗਾ ਲੱਗਿਆ ਪ੍ਰੋਗਰਾਮ ਤੁਹਾਡੇ ਨਾਲ ਕਰਕੇ। अरे ਤੇ चाचा जी ਮੈਂ उन्हें ਆਖਰ ਵਿੱਚ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਨਾ ਕਿ बिल्कुल ਪਤੀ बिल्कुल। ਪਤਨੀ ਦੀ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਹੈ, ਤੇ ਫਿਰ ਪਤਨੀ ਰੁੱਸ ਜਾਂਦੀ ਹੈ, ਫਿਰ ਉਹ ਬੋਲਦੀ ਨਹੀਂ, ਹਫਤਾ ਨਹੀਂ ਬੋਲਦੀ, ਕਾਫੀ ਦੇਰ ਨਹੀਂ ਬੋਲਦੀ। ਤੇ ਪਤੀ ਕਹਿਣ ਲੱਗਿਆ ਚੱਲ ਛੱਡ ਗੁੱਸਾ ਹੋਣਾ, ਗਿਵ ਮੀ ਅ ਸਮਾਈਲ। ਤੇ ਪਤਨੀ ਕਹਿੰਦੀ ਹੈ, ਓਕੇ tell me those 3 words which you always say. And he said, I love you. ਕਹਿੰਦੀ no no no, ਉਹ ਕਹਿੰਦਾ I am sorry. the ਪਤਨੀ says no no no, ਹੋ ਮੈਨੂੰ ਹੋਰ ਗੁੱਸਾ ਨਾ ਚੜਾਓ। ਤੇ ਪਤੀ ਕਹਿੰਦਾ I was wrong. ਪਤਨੀ ਕਹਿੰਦੀ yeah. Exactly। So I want to give a These are tip the three to magical all words। men. I want to give a tip to all husbands. Always say I was wrong even when your wife is wrong. These are magical words and they always work. This will Thank you. solve everything। बिल्कुल बिल्कुल। हुन आई थिंक चाचा जी जिते यू नो जितना कुछ मैनू जानना सी ते यू नो दैट होल सेशन ऑफ लाफ्टर वाज रियली नाइस। हुन जानदे जानदे तुसी की एडवाइस देना चाहोगे यू नो लोगां नू
to lead a healthy life and to lead a peaceful and a peaceful life basically. ਬਹੁਤ ਅੱਛੀ ਗੱਲ ਕਹੀ ਹੈ ਤੁਸੀਂ ਔਰ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਹੈ ਕਿ ਹੱਸਦੇ ਰਹੋ ਖੁਸ਼ੀ ਦੀ ਜ਼ਿੰਦਗੀ ਬਿਤਾਓ ਔਰ ਉਹਦੇ ਵਾਸਤੇ ਇਹ ਹੈ ਕਿ ਆਪਣੀ ਸੋਚ ਨੂੰ ਪੋਜ਼ਿਟਿਵ ਬਣਾਓ जिंदगी आसान नहीं होती जिंदगी को आसान बनाया जाता है कुछ सब्र करके कुछ बर्दाश्त करके और बहुत कुछ नजरअंदाज करके मेरी सब ਨੂੰ ਇਹ ਰਿਕੁਐਸਟ ਹੈ ਕਿ ਆਪਾਂ ਨਾ ਹੱਸਦੇ ਰਹਿਣਾ ਖੁਸ਼ ਰਹਿਣਾ ਕੋਸ਼ਿਸ਼ ਕਰੋ ਕਿ ਹਰ ਵਕਤ ਕਿਉਂਕਿ ਟੈਨਸ਼ਨ stresses एक किन्नू नहीं है और टेंशन एंड प्रॉब्लम्स आर लाइफ जे टेंशन नहीं हैगी प्रॉब्लम नहीं हैगी ते तुसी जिंदगी च प्रोग्रेस नहीं कर सकते ते जिंदगी है ही है एवरीथिंग इन दिस वर्ल्ड इज ए प्रॉब्लम सॉल्विंग सॉल्यूशन so we have to take everything positive हसदे रहना चाहिए हर चीज दा मुकाबला जे खुशी नाल करांगे मुस्कुराहटा नाल करांगे साडा माइंड भी स्टेबल रहेगा वी कैन फोकस इट ते खुश रहना चाहिए सो थैंक यू सो मच नूर जी मैनू बहुत चंगा लगा बहुत क्वालिटी दा प्रोग्राम है ਜਾਂਦੇ ਜਾਂਦੇ ਅਸੀਂ ਦੋਨੋਂ ਮਿਲ ਕੇ ਜਿਹੜਾ ਨਾ ਉਹੀ ਕਹਿ ਲੈਨੇ ਆ ਜੋ ਤੁਸੀਂ ਹਰ ਆਪਣੇ ਐਂਡ ਵਿੱਚ ਕਹਿੰਦੇ ਹੋ हंसते रहो हंसाते रहो खुश रहो खुशहाल रहो तंदुरुस्त रहो मुस्कुराते रहो तरलोकचुग.com देखते रहो हंसते रहो हंसाते रहो जिंदगी जिंदाबाद थैंक यू सो मच